हाँ जी ਡੀਅਰ ਸਟੂਡੈਂਟਸ ਵੈਰੀ ਵਾਰਮ ਵੈਲਕਮ। ਅੱਜ ਦੀ ਵੀਡੀਓ ਲੈਸਨ ਦੇ ਵਿੱਚ ਅਸੀਂ ਚੈੱਕ ਕਰਨ ਜਾ ਰਹੇ ਹਾਂ ਕਿੰਨੀ ਕੁ ਤਿਆਰੀ ਹੋ ਗਈ ਹੈ ਤੁਹਾਡੇ ਪੇਪਰ ਦੀ। ਠੀਕ ਹੈ, ਆਪਾਂ 3 ਲੈਸਨ ਆਲਰੇਡੀ ਅਪਲੋਡ ਕਰ ਚੁੱਕੇ ਹਾਂ ਬੜੇ ਚੰਗੇ ਤਰੀਕੇ ਨਾਲ। ਉਹਨਾਂ ਦੇ MCQs ਮੀਨਸ ਮਲਟੀਪਲ ਚੋਇਸ ਕੁਐਸਚਨਸ। ਸੋ 3 ਲੈਸਨ ਰਹਿ ਗਏ ਨੇ, ਉਹਨਾਂ ਦੇ ਵੀ ਬਹੁਤ ਜਲਦ ਅਪਲੋਡ ਕੀਤੇ ਜਾਣਗੀਆਂ ਵੀਡੀਓਜ਼। ਤੁਸੀਂ ਆਪ ਵੀ ਬਣਾਉਣ ਦੀ ਕੋਸ਼ਿਸ਼ ਕਰੋ ਬੇਟਾ। ਠੀਕ ਹੈ, ਸੋ ਅੱਜ ਜਿਹੜਾ ਹੁਣ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈ ਹਾਂ ਉਹਦੇ 'ਚ ਅਸੀਂ ਮਾਡਲ ਟੈਸਟ ਪੇਪਰ ਕਰਾਂਗੇ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਅਪਲੋਡ ਕੀਤਾ ਗਿਆ ਗਾ। ਕਲਾਸ 8th ਸਬਜੈਕਟ ਇੰਗਲਿਸ਼, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਅਤੇ ਟਰਮ 1 ਲਈ। ਠੀਕ ਹੈ, ਪੇਪਰ ਹੋਊਗਾ ਇਹ 40 ਨੰਬਰ ਦਾ। 1 ਘੰਟਾ 30 ਮਿੰਟ ਮਿਲਣਗੇ ਤੁਹਾਨੂੰ ਇਹ ਪੇਪਰ ਕਰਨ ਲਈ। ਜਨਰਲ ਇੰਸਟਰਕਸ਼ਨਸ ਕੀ ਦਿੱਤੀਆਂ ਹੋਈਆਂ ਨੇ ਦੇਖ ਲਓ। ਹਰ ਇੱਕ ਕੁਐਸਚਨ ਦਾ 1 ਨੰਬਰ ਹੋਊਗਾ। ਠੀਕ ਹੈ, ਸਾਰੇ ਕੁਐਸਚਨ ਤੁਸੀਂ ਕਰਨੇ ਨੇ, ਕੰਪਲਸਰੀ ਨੇ। no choice is given in any of the question means ਇਹ ਨਹੀਂ ਹੋ ਸਕਦਾ ਤੁਸੀਂ ਇਹ ਕੁਐਸਚਨ ਦੀ ਜਗ੍ਹਾ ਇਹ ਕਰ ਲਓ। ਹਰ ਕੁਐਸਚਨ ਕਰਨਾ ਹੈਗਾ ਅਤੇ ਉਹਦੀਆਂ ਆਪਸ਼ਨਸ ਸਾਨੂੰ ਅਵੇਲੇਬਲ ਹੋਣਗੀਆਂ ਬੇਟਾ। ਠੀਕ, ਅਤੇ ਇਸ ਤੋਂ ਇਲਾਵਾ ਵੀ ਮੈਂ ਤੁਹਾਡੇ ਲਈ ਹੋਰ ਬਹੁਤ ਸਾਰੇ ਮਾਡਲ ਟੈਸਟ ਪੇਪਰ ਤਿਆਰ ਕੀਤੇ ਨੇ। ਉਹ ਆਪਾਂ ਰਿਵੀਜ਼ਨ ਕਰਾਂਗੇ ਬਹੁਤ ਚੰਗੇ ਤਰੀਕੇ ਨਾਲ ਤਾਂ ਕਿ ਤੁਸੀਂ ਜਿਹੜਾ ਫਸਟ ਟਰਮ ਆ ਇਹਦੇ 'ਚੋਂ 40 ਓਵਰ 40 ਸਕੋਰ ਕਰ ਸਕੋ। ਜਿਹੜਾ ਇਹ ਵਾਲਾ ਪੇਪਰ ਹੈ ਇਹਨੂੰ ਬਹੁਤ ਧਿਆਨ ਨਾਲ ਕਰ ਲੈਣਾ ਬੇਟਾ, ਆਪਣੇ ਬੋਰਡ ਵੱਲੋਂ ਅਪਲੋਡ ਕੀਤਾ ਗਿਆ। ਸੋ ਆਪਾਂ ਕਹਿ ਸਕਦੇ ਹਾਂ ਕਿ ਕੁਝ ਹੱਦ ਤੱਕ ਇਹ 'ਚੋਂ ਪੇਪਰ ਆ ਸਕਦਾ ਹੈ ਨਾ। ਸੋ ਲਓ ਜੀ, ਫਸਟ ਸੈਕਸ਼ਨ A ਰੀਡਿੰਗ ਸਕਿੱਲ ਨਾਲ ਰਿਲੇਟਡ ਆ। ਲੁੱਕ ਐਟ ਦਾ ਫੋਲੋਇੰਗ ਪੋਸਟਰ ਕੇਅਰਫੁਲੀ ਐਂਡ ਆਨਸਰ ਦਾ ਕੁਐਸਚਨਸ 1 to 4 ਗਿਵਨ ਬਿਲੋ। ਸਾਨੂੰ ਇਹ ਪੋਸਟਰ ਦਿੱਤਾ ਗਿਆ, ਧਿਆਨ ਨਾਲ ਤੁਸੀਂ ਪੋਸਟਰ ਦੇਖ ਸਕਦੇ ਹੋ। ਮੈਂ ਤੁਹਾਨੂੰ ਥੋੜ੍ਹਾ ਜ਼ੂਮ ਕਰਕੇ ਵੀ ਕੱਲਾ ਪਾਰਟ ਵੀ ਦਿਖਾ ਦੂੰਗੀ। ਓਕੇ, ਇੱਕ ਗੱਲ ਹੋਰ, ਕਈ ਵਾਰੀ ਜਦੋਂ ਅਸੀਂ ਵੀਡੀਓ ਦੇਖਦੇ ਹਾਂ ਉਹਦੀ ਕੁਆਲਿਟੀ ਸਹੀ ਨਹੀਂ ਆ ਰਹੀ ਹੁੰਦੀ। ਸੋ ਫਿਰ ਅਗਰ ਨਹੀਂ ਤੁਹਾਨੂੰ ਸਹੀ ਸਾਰੇ ਅੱਖਰ ਦਿਖ ਰਹੇ ਤਾਂ ਸਾਈਡ 'ਤੇ ਉੱਥੇ 3 ਬਿੰਦੀਆਂ ਨੇ, ਉੱਥੋਂ ਉਹਨਾਂ ਨੂੰ ਕਲਿੱਕ ਕਰਕੇ ਕੁਆਲਿਟੀ 'ਤੇ ਜਾ ਕੇ ਕੁਆਲਿਟੀ ਵਧਾ ਲੈਣੀ ਆਪਣੇ ਫੋਨ ਦੀ। ਠੀਕ ਹੈ, ਫਿਰ ਤੁਹਾਨੂੰ ਕਲੀਅਰ ਦਿਖਣ ਲੱਗ ਜੂਗਾ। ਓਕੇ, ਦੇਖੋ ਤਾਂ ਹੁਣ ਇੱਕ ਕਾਹਦੇ ਬਾਰੇ ਆ ਪੋਸਟ। ਇਨਕਰੀਜ਼ਿੰਗ ਪਲਾਸਟਿਕ ਡੈਬਰੀ ਹੁੰਦਾ ਮਲਬਾ, ਟੁਕੜੇ ਕਿਸੇ ਚੀਜ਼ ਦੇ, ਹੈ ਨਾ। ਸੋ ਇਹਦੇ ਬਾਰੇ ਆ ਇੱਥੇ। ਹੁਣ ਤੁਹਾਨੂੰ ਜਿਹੜਾ ਪਹਿਲਾਂ ਤੁਸੀਂ ਹਿੰਟ ਦੇਖ ਰਹੇ ਹੋ ਕੀ ਦਿੱਤਾ, ਮੇਜਰ ਕਾਜ਼ ਫॉर ਕੰਸਰਨ। ਇੱਥੇ ਉਹਨਾਂ ਨੇ ਗੱਲ ਕੀਤੀ ਗਈ ਹੈ ਜਿਹੜੀ ਬੇਲ ਮੱਛੀਆਂ ਨੇ ਜਦੋਂ ਬੀਜ 'ਤੇ ਮਿਲਦੀਆਂ ਨੇ, ਹੈ ਨਾ, ਉਹਨਾਂ ਦਾ ਪੇਟ ਆ ਜਿਹੜਾ ਉਹ ਭਰਿਆ ਪਿਆ ਹੁੰਦਾ ਪਲਾਸਟਿਕ ਦੇ ਜਿਹੜੇ ਕੂੜੇ ਕਰਕਟ ਦੇ ਨਾਲ। ਅਤੇ ਫਿਰ ਇਸ ਸਾਈਡ 'ਤੇ ਉਹਨਾਂ ਨੇ ਕੀ ਗੱਲ ਕੀਤੀ ਹੈ ਦੇਖੋ, ਇਨ 269 ਠੀਕ ਲੱਖ ਟਨਸ ਪਲਾਸਟਿਕ ਦਾ ਮਲਬਾ ਜਿਹੜਾ ਉਹ ਸਰਫੇਸ 'ਤੇ ਫਲੋਟ ਕਰ ਰਿਹਾ। ਓਕੇ, ਹੁਣ ਦੇਖੋ ਇਹਦਾ 4th ਕਾਰਨਰ ਧਿਆਨ ਨਾਲ। ਵਾਟ ਡੂ ਯੂ ਡੂ, ਤੁਹਾਨੂੰ ਕੀ ਕਰਨਾ ਚਾਹੀਦਾ। ਇੱਥੇ ਸਾਨੂੰ ਕੁਝ ਇੰਸਟਰਕਸ਼ਨ ਦਿੱਤੀਆਂ ਗਈਆਂ ਨੇ, ਹੈ ਨਾ। ਅਡੋਪਟ ਆ ਪਲਾਸਟਿਕ ਫ੍ਰੀ ਲਾਈਫ ਸਟਾਈਲ, ਡੋਂਟ ਲਿਟਰ ਐਂਡ ਪਿਕ ਇਟ ਅਪ ਵੈਨ ਯੂ ਸੀ ਇਟ, ਚੂਜ਼ ਗਲਾਸ ਔਰ ਪੇਪਰ ਪੈਕਿੰਗ ਓਵਰ ਪਲਾਸਟਿਕ, wash clothes less often, microfibers from washing enter waterways, buy second hand, buy quality goods that last, spread the word, ਹੈ ਨਾ। ਸੋ ਇਹ ਹੋ ਗਿਆ। ਅਤੇ 4th ਕਾਰਨਰ 'ਚ ਉਹਨਾਂ ਨੇ ਗੱਲ ਕੀਤੀ ਹੈ 4 ਮਿਲੀਅਨ ਪਲਾਸਟਿਕ ਮਾਈਕਰੋਫਾਈਬਰਸ, ਛੋਟੇ ਛੋਟੇ ਟੁਕੜੇ ਪਰ ਸਕੁਅਰ ਕਿਲੋਮੀਟਰ ਲਿਟਰ ਇਨ ਦਾ ਡੀਪ ਸੀ, ਡੂੰਘੇ ਸਮੁੰਦਰ ਦੇ ਵਿੱਚ ਨਹੀਂ। ਲਓ ਜੀ, ਹੁਣ ਤੁਸੀਂ ਸਾਰੇ ਪੋਸਟਰ 'ਤੇ ਇੱਥੇ ਨਿਗਾਹ ਮਾਰ ਸਕਦੇ ਹੋ, ਇਕੱਠੀ ਹੋ ਗਈ। ਲਓ ਹੁਣ ਆਪਾਂ ਇਹਦੇ ਕੁਐਸਚਨਾਂ ਦੇ ਆਨਸਰਸ ਕਰਦੇ ਹਾਂ। ਫਸਟ ਹੈ ਵਾਟ ਇਜ਼ ਦਾ ਪੋਸਟਰ ਅਬਾਊਟ, ਪੋਸਟਰ ਕਾਹਦੇ ਬਾਰੇ ਆ। ਹੁਣ ਇੱਥੇ ਇਹ ਕਨਫਿਊਜ਼ ਨਹੀਂ ਹੋਣਾ ਜਦੋਂ ਅਸੀਂ ਇਹਦਾ ਵੱਡਾ ਹੈਡਿੰਗ ਦੇਖਦੇ ਹਾਂ ਇਨਕਰੀਜ਼ਿੰਗ ਪਲਾਸਟਿਕ ਡੈਬਰਿਜ਼, ਵੀ ਇਹ ਤਾਂ ਪਲਾਸਟਿਕ ਦੇ ਮਲਬੇ ਵਧਣ ਬਾਰੇ ਆ। ਨਹੀਂ, ਉਹ ਸਿਰਫ ਦੱਸ ਰਹੇ ਨੇ, ਅਸਲ ਵਿੱਚ ਉਹ ਗੱਲ ਕਰ ਰਹੇ ਨੇ ਜਿਹੜਾ ਪਲਾਸਟਿਕ ਦਾ ਵਰਤੋਂ ਆ ਉਹਨੂੰ ਸਾਨੂੰ ਘਟਾਉਣਾ ਚਾਹੀਦਾ, ਰਿਡਿਊਸ ਕਰਨਾ ਚਾਹੀਦਾ। ਸੋ ਇਹਦਾ C ਆਨਸਰ ਹੈ ਬੇਟਾ। ਠੀਕ, ਸੈਕਿੰਡ ਕੁਐਸਚਨ ਵਿਚ ਮਟੀਰੀਅਲ ਸ਼ੁੱਡ ਬੀ ਯੂਜ਼ਡ ਫॉर ਪੈਕਿੰਗ, ਅਸੀਂ ਹੁਣੇ ਪੜ੍ਹਿਆ 4th ਕਾਰਨਰ 'ਚ। 3rd ਪੁਆਇੰਟ 'ਚ ਪੇਪਰ ਔਰ ਗਲਾਸ। ਹੁਣ ਦੇਖੋ ਇੱਥੇ ਤੁਹਾਡੇ ਕੋਲ ਗਲਾਸ ਦੀ ਆਪਸ਼ਨ ਨਹੀਂ ਹੈਗੀ, ਪੇਪਰ ਦੀ ਆਪਸ਼ਨ ਆ। ਸੋ D ਆਨਸਰ ਹੈ ਬੇਟਾ। 3rd ਕੁਐਸਚਨ ਵਾਟ ਡਜ਼ ਇੰਟਰ ਵਾਟਰਵੇਜ਼ ਆਫਟਰ ਵਾਸ਼ਿੰਗ ਕਲੋਥਸ, ਜਦੋਂ ਅਸੀਂ ਕੱਪੜੇ ਧੋਂਦੇ ਹਾਂ ਤਾਂ ਕਿਹੜੀ ਚੀਜ਼ ਵਾਟਰ ਵੇਜ਼ ਦੇ ਰਾਹੀਂ ਐਂਟਰ ਕਰਦੀ ਹੈ ਸਮੁੰਦਰ ਦੇ ਵਿੱਚ, ਮਾਈਕਰੋਫਾਈਬਰਸ। C ਆਨਸਰ ਹੈ ਇਹਦਾ। 4th ਕੁਐਸਚਨ ਦੀ ਗੱਲ ਕੀਤੀ ਹੈ ਹਾਊ ਮਚ ਪਲਾਸਟਿਕ ਡੈਬਰਿਜ਼ ਫਲੋਟ ਔਨ ਦਾ ਸਰਫੇਸ, ਕਿੰਨੀਆਂ ਕਰ ਰਹੀਆਂ, 269 ਸੀ ਨਾ ਉੱਥੇ। ਹੁਣ ਸਾਡੇ ਕੋਲ ਜਿਹੜੀ ਆਪਸ਼ਨਸ ਨੇ ਦੇਖੋ ਕੀ ਨੇ, ਅਬਵ 2 ਲੱਖ ਟਨਸ, ਬਿਲੋ 2 ਲੱਖ ਟਨਸ, ਹੈ ਨਾ,
above 26 lakh tons, about 26 lakh tons. So 2 lakh above means 2 ਲੱਖ ਤੋਂ ਉੱਪਰ। ਸੋ ਇਹ ਆਂਸਰ ਹੈ ਬੇਟਾ ਇਹਦਾ। ਲਓ ਜੀ ਨੈਕਸਟ ਕੀ ਆ ਗਿਆ, ਡਾਇਲੋਗ ਬੇਸ ਸਾਨੂੰ ਕਨਵਰਸੇਸ਼ਨ ਆ ਗਈ ਜਿਹਦੇ ਨਾਲ ਰਿਲੇਟਡ ਅਸੀਂ ਕਰਨੇ ਨੇ ਅਗਲੇ ਕੁਐਸਚਨ। ਸੋ ਇਹਨੂੰ ਧਿਆਨ ਨਾਲ ਪੜ੍ਹ ਲੈਣਾ ਇੱਥੇ ਵੀਡੀਓ ਨੂੰ ਪੌਜ਼ ਕਰਕੇ, ਠੀਕ। ਫਿਰ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਇਹਦੇ ਕੁਐਸਚਨਾਂ ਵੱਲ। ਦੇਖੋ 5ਵਾਂ ਕੁਐਸਚਨ ਕੀ ਸੀ, ਵਾਟ ਇਜ਼ ਦਾ ਕਨਵਰਸੇਸ਼ਨ ਅਬਾਊਟ। ਕਨਵਰਸੇਸ਼ਨ ਕਾਹਦੇ ਬਾਰੇ ਹੋ ਰਹੀ ਹੈ ਬੇਟਾ। ਜੇ ਤੁਸੀਂ ਹੁਣ ਇਹਨੂੰ ਦੇਖੋਗੇ ਤਾਂ 4th ਲਾਈਨ ਦੇ ਵਿੱਚ ਸਾਇੰਸ ਐਗਜੀਬਿਸ਼ਨ ਲਿਖਿਆ ਹੋਇਆ ਮਿਲ ਰਿਹਾ ਤੁਹਾਨੂੰ, ਠੀਕ। ਸਾਇੰਸ ਐਗਜੀਬਿਸ਼ਨ ਦੀ ਗੱਲ ਹੋ ਰਹੀ ਹੈ। ਸੋ ਫਿਰ ਇੱਥੇ ਇਹਦੇ ਲਈ ਵਰਡ ਆ ਗਿਆ ਸਾਇੰਸ ਫੇਅਰ। ਇਹ ਆਂਸਰ ਹੈ। ਵਾਟ ਵਾਜ਼ ਦਾ ਯੂਜ਼ ਆਫ ਡੈਮ ਐਜ਼ ਸ਼ੋਨ ਬਾਏ ਇਟਸ ਮਾਡਲ। ਮਾਡਲ ਦੇ ਵਿੱਚ ਡੈਮ ਦੀ ਕੀ ਯੂਜ਼ ਦਿਖਾਇਆ ਗਿਆ। ਲਓ ਜੀ ਇਹ ਡੈਮ ਵਾਲੀ ਗੱਲ ਕਿੱਥੇ ਆਈ ਹੈ, ਦੇਖੋ ਆਪਾਂ 4ਥੀ ਲਾਈਨ ਦੇਖ ਲਈ, ਉਸ ਤੋਂ ਅੱਗੇ ਚੱਲੋ। ਐਨਰਜੀ ਜਨਰੇਸ਼ਨ ਦੀ ਗੱਲ ਹੋਈ ਆ। ਪ੍ਰਤਾਪ ਕਹਿ ਰਿਹਾ ਥੱਲਿਓਂ 4ਥੀ ਲਾਈਨ ਆ ਐਨਰਜੀ ਜਨਰੇਸ਼ਨ। ਸੋ ਇਹਦਾ ਕੀ ਹੋ ਗਿਆ, ਇਲੈਕਟ੍ਰੀਸਿਟੀ ਵੀ ਕਹਿ ਸਕਦੇ ਹਾਂ ਆਪਾਂ, ਟੂ ਜਨਰੇਟ ਇਲੈਕਟ੍ਰੀਸਿਟੀ। ਸੋ ਬੀ ਆਂਸਰ ਆ। 7th ਦਾ ਉੱਥੇ ਟਰਨਿੰਗ, ਵਾਟ ਵਾਜ਼ ਟਰਨਿੰਗ ਔਨ ਐਂਡ ਆਫ ਬਾਏ ਸਾਊਂਡ। ਕਿਹੜੀ ਚੀਜ਼ ਸਾਊਂਡ ਦੇ ਨਾਲ ਔਨ ਹੁੰਦੀ ਹੈ ਅਤੇ ਆਫ ਹੁੰਦੀ ਹੈ, ਲਾਈਟਸ। ਬਟ ਵਾਜ਼ ਨਾਟ ਦੇਅਰ ਇਨ ਦਾ ਐਗਜੀਬਿਸ਼ਨ। ਲਾਈਟਸ ਦੀ ਗੱਲ ਹੋਈ ਆ, ਡੈਮ ਦੀ ਗੱਲ ਹੋਈ ਆ, ਸਾਊਂਡਸ ਦੀ ਗੱਲ ਹੋਈ ਆ, ਬਟ ਨਹੀਂ ਗੱਲ ਹੋਈ ਤਾਂ ਮੋਬਾਈਲ ਫੋਨ ਦੀ ਨਹੀਂ ਹੋਈ। ਸੋ ਮੋਬਾਈਲ ਫੋਨਸ ਇਹਦਾ ਆਂਸਰ ਹੈ ਬੇਟਾ। ਹੋ ਗਏ 8th। ਲਓ ਜੀ ਹੁਣ ਆਪਾਂ ਟੈਕਸਟ ਬੁੱਕ ਨਾਲ ਰਿਲੇਟਡ ਪਾਰਟ ਆ ਸੈਕਸ਼ਨ B, ਉਹ ਦੇਖਦੇ ਹਾਂ। ਵਾਟ were the features of Bell computer that were being advertised on TV ਤੇ ਇਹ ਵੈਲਿਊ ਆਫ ਮਨੀ ਜਿਹੜਾ ਪਹਿਲਾ ਲੈਸਨ ਹੈ ਬੇਟਾ ਉਹਦਾ ਕੁਐਸਚਨ। ਕਹਿੰਦੇ TV ਤੇ ਬੈਲ ਕੰਪਿਊਟਰ ਦੀ ਕਿਹੜੀ ਫੀਚਰਸ ਦੀ ਐਡਵਰਟਾਈਜ਼ਮੈਂਟ ਆ ਰਹੀ ਸੀਗੀ। ਫਸਟ ਕੀ ਹੈ, ਦਾ ਸਲੋਐਸਟ ਪ੍ਰੋਸੈਸਰ। B ਆਪਸ਼ਨ ਦਿੱਤੀ ਹੈ ਫਾਸਟੈਸਟ ਪ੍ਰੋਸੈਸਰ। C ਦਾ ਹਾਈ ਸਟੋਰੇਜ। ਸੋ B ਐਂਡ C ਦੋਨਾਂ ਚੀਜ਼ਾਂ ਦੀ ਹੋ ਰਹੀ ਸੀ ਪ੍ਰਮੋਸ਼ਨ। ਸੋ D ਆਂਸਰ ਹੈ ਬੇਟਾ ਇਹਦਾ। ਓਕੇ ਨੈਕਸਟ ਕੁਐਸਚਨ, ਵਾਟ ਡਿਡ ਦਾ ਮਦਰ ਡਰੋਪ ਅਲੋਂਗ ਦਾ ਵੇ। ਏਜਡ ਮਦਰ ਵਾਲੇ 'ਚੋਂ ਕੀ ਚੀਜ਼ਾਂ ਸਿੱਟੀਆਂ ਸੀ, ਟਵਿੰਗਸ। C ਆਂਸਰ ਹੈ। ਇਹ ਚੰਗੀ ਤਰੀਕੇ ਨਾਲ ਕੀਤਾ ਹੋਇਆ, ਹੁਣ ਇੱਥੇ ਮੈਨੂੰ ਡਿਟੇਲ 'ਚ ਜਾਣ ਦੀ ਲੋੜ ਨਹੀਂ। ਨੈਕਸਟ ਹੈ, ਵਾਟ ਵਰ ਦਾ ਮੇਨ ਪੁਆਇੰਟ ਆਫ ਸੰਤ ਰਵਿਦਾਸ ਟੀਚਿੰਗ। all are equal in the eyes of God, all distinctions are meaningless, untouchability is a sin against humanity। ਸੋ all the above ਦਾ ਆਂਸਰ ਹੈ ਬੇਟਾ। ਸਾਰੀਆਂ ਗੱਲਾਂ ਹੀ ਉਹਨਾਂ ਨੇ ਕੀਤੀਆਂ। ਨੈਕਸਟ ਆ, ਵਾਟ ਡਿਡ ਹੈਰੀ ਆਸਕ ਫॉर। ਇਹਦਾ ਓਲਡ ਸੇਜ਼ ਐਂਡ ਦਾ ਬ੍ਰਦਰਜ਼ ਆ। ਜੇ ਆਪਾਂ ਇਹ ਲੈਸਨ ਦੇ MCQs ਨਹੀਂ ਕੀਤੇ ਬਟ ਆਪਾਂ ਲੈਸਨ ਕੀਤਾ ਹੋਇਆ ਹੈ ਨਾ। ਕੀ ਮੰਗਿਆ ਸੀ ਉਹਨੇ, ਅ ਬਿਗ ਹਾਊਸ ਐਂਡ 10 cows। B ਆਂਸਰ। ਅਗਲਾ ਕੁਐਸਚਨ, ਵਾਈ ਕੁਡ ਦਾ ਸੇਜ਼ ਨਾਟ ਕ੍ਰੋਸ ਦਾ ਰਿਵਰ। ਬਿਕਾਊਜ਼ ਦੇਅਰ ਵਾਜ਼ ਨੋ ਬੋਟ। ਠੀਕ। ਨੈਕਸਟ ਚਲੋ ਜੀ, ਵੈਨ ਐਂਡ ਵੇਅਰ ਵਾਜ਼ ਸੰਤ ਰਵਿਦਾਸ ਬੋਰਨ। ਇਹਦਾ ਆਂਸਰ ਹੈ C in 1377 in ਬਨਾਰਸ। ਓਕੇ ਅੱਗੇ ਆ ਗਏ ਵਰਡ ਮੀਨਿੰਗ। 15ਵਾਂ ਕੁਐਸਚਨ ਕੀ ਆ, ਵਾਟ ਇਜ਼ ਦਾ ਮੀਨਿੰਗ ਆਫ ਦਾ ਵਰਡ ਪਲਾਈਟ। ਸੋ ਇਹਦਾ ਪਹਿਲਾ ਹੀ ਆ ਦੁਰਦਸ਼ਾ। 16ਵਾਂ ਕੁਐਸਚਨ, ਵਾਟ ਇਜ਼ ਦਾ ਮੀਨਿੰਗ ਆਫ ਦਾ ਵਰਡ ਫਰਟੈਲਿਟੀ। ਇਹਦਾ ਹੈ ਕਮਜ਼ੋਰੀ, D। ਇਹਦਾ ਮਤਲਬ ਵਰਡ ਮੀਨਿੰਗ ਆਉਣੇ ਨੇ ਸਾਰੇ ਲੈਸਨਾਂ ਦੇ, ਪਹਿਲੇ 6 ਦੇ ਵਰਡ ਮੀਨਿੰਗ ਵੀ ਚੰਗੇ ਤਰੀਕੇ ਨਾਲ ਕਰੋ। 17ਵਾਂ ਕੁਐਸਚਨ, ਹੂ ਸੈਡ ਥੀਸ ਵਰਡਸ ਐਂਡ ਟੂ ਹੂਮ। ਇਹ ਸ਼ਬਦ ਕਿਹਨੇ ਕਹੇ ਅਤੇ ਕਿਹਨੂੰ ਕਹੇ। ਗਿਵ ਮੀ ਮੋਰ ਸ਼ੋਸ। ਇਹ ਕਿਹਨੂੰ, ਵੈਲਿਊ ਆਫ ਮਨੀ 'ਚ ਕਿਹਨੂੰ ਕਿਹਾ ਸੀ, ਨਰੇਟਰ ਨੇ ਕਿਹਾ ਸੀ ਆਪਣੇ ਫਾਦਰ ਨੂੰ। ਸੋ ਇਹ ਆਂਸਰ ਆ। ਓਕੇ ਨੈਕਸਟ ਕੀ ਆ ਗਿਆ, ਦੇਖੋ ਆਈਡੈਂਟੀਫਾਈ ਦਾ ਅੰਡਰਲਾਈਨ ਕਰੈਕਟਰ। ਸਾਨੂੰ ਇੱਕ ਸੈਂਟੈਂਸ ਦਿੱਤਾ ਹੋਇਆ, ਉਹਦੇ ਥੱਲੇ ਇੱਕ ਸ਼ਬਦ ਦੇ ਥੱਲੇ ਲਾਈਨ ਲਾਈ ਵੀ ਹੈ, ਹੀ ਦੇ ਥੱਲੇ। ਹੀ ਲਿਸਨਡ ਐਂਡ ਮੈਡੀਟੇਟਡ ਇਨ ਸਾਈਲੈਂਸ। ਹੀ ਕਿਹਦੇ ਲਈ ਵਰਤਿਆ ਗਿਆ, ਦਾ ਡਿਸਪੋਟਿਕ ਲੀਡਰ ਲਈ। C ਆਂਸਰ। ਲਓ ਜੀ ਅੱਗੇ ਸਟੈਂਜਾ ਦਿੱਤਾ ਹੋਇਆ ਪੋਇਮ ਦਾ। ਹੁਣ ਆਪਾਂ ਇਹਦੇ ਆਂਸਰਸ ਦੇਖਣੇ ਨੇ। ਪਹਿਲਾ ਨੇਮ ਦਾ ਪੋਇਮ ਐਂਡ ਦਾ ਪੋਇਟ। ਸਟੈਂਜਾ ਤੁਸੀਂ ਇੱਥੇ ਪੜ੍ਹ ਸਕਦੇ ਹੋ ਰੋਕ ਕੇ। B ਆ ਐਡਗਰ ਏ ਗੈਸਟ ਦਾ ਰਾਈਟਰ। ਅੱਗੇ ਆ ਗਿਆ ਜੀ, ਵਾਟ ਸ਼ੁੱਡ ਬੀ ਡਨ ਵੈਨ ਥਿੰਗਸ ਸੀਮਸ ਵਰਸਟ। ਸਾਨੂੰ ਉਦੋਂ ਕੀ ਕਰਨਾ ਚਾਹੀਦਾ ਜੋ ਚੀਜ਼ਾਂ ਬਹੁਤ ਖਰਾਬ ਹੋ ਜਾਣ। ਵੀ ਸ਼ੁੱਡ ਨਾਟ ਕੁਇਟ। ਸਾਨੂੰ ਕੁਇਟ ਨਹੀਂ ਕਰਨਾ ਚਾਹੀਦਾ। ਇਹਦਾ ਆਂਸਰ ਹੈ A। 21 ਕੁਐਸਚਨ ਨੰਬਰ,
ਇਹ ਕੀ ਪੁੱਛ ਰਹੇ ਨੇ, ਸਿੰਗਲ ਯੂਜ ਪਲਾਸਟਿਕ ਦੀ ਗੱਲ ਹੋ ਰਹੀ ਹੈ, ਉਹ ਵਾਲੇ ਲੈਸਨ 'ਚੋਂ ਆ। ਇਹ ਪੋਇਮ ਆ ਸੈਕਿੰਡ, ਠੀਕ ਆ। ਹੁਣ ਇਹਦੇ 'ਚ ਕੀ ਗੱਲ ਕਰ ਰਹੇ ਆ, ਕਿਹੜੀਆਂ ਕਿਹੜੀਆਂ ਚੀਜ਼ਾਂ ਅਸੀਂ ਖਰੀਦਦੇ ਹਾਂ ਅਤੇ ਪਲਾਸਟਿਕ ਦੀਆਂ ਵਰਤਦੇ ਹਾਂ ਕੀਤਾ ਹੋਇਆ। ਪਲਾਸਟਿਕ ਬੈਗ, ਸਟਰੋਜ਼, ਵਾਟਰ ਬੋਟਲਸ, ਆਲ ਦਾ ਅਬਵ ਇਹਦਾ ਆਨਸਰ ਆ। ਸਾਰੀਆਂ ਚੀਜ਼ਾਂ ਹੀ ਅਸੀਂ ਖਰੀਦਦੇ ਵੀ ਹਾਂ ਅਤੇ ਵਰਤਦੇ ਵੀ ਹਾਂ। ਓਕੇ, ਨੈਕਸਟ 22, ਵਾਟ ਡਜ਼ ਐਨ ਅਦਰ ਬਲੋ ਮੀਨਸ, ਇਹ ਡੋਂਟ ਕੁਇਟ 'ਚੋਂ ਆ। ਐਨ ਅਦਰ ਐਫਰਟਸ, ਇੱਕ ਹੋਰ ਯਤਨ, ਸੀ ਆਨਸਰ ਹੈ ਇਹਦਾ। ਲਓ ਜੀ, ਨੈਕਸਟ ਸੈਕਸ਼ਨ ਸੀ ਆ ਗਿਆ ਵੋਕੈਬਲਰੀ 'ਚੋਂ। ਕੁਐਸਚਨ ਆ, ਵਾਟ ਡੂ ਵੀ ਕਾਲ ਅ ਪਰਸਨ ਹੂ ਕੈਨ ਸਪੀਕ ਮੈਨੀ ਲੈਂਗੁਏਜਿਸ, ਉਹ ਬੰਦੇ ਨੂੰ ਅਸੀਂ ਕੀ ਕਹਿੰਦੇ ਹਾਂ ਜਿਹੜਾ ਇੱਕ ਤੋਂ ਜ਼ਿਆਦਾ ਲੈਂਗੁਏਜ ਬੋਲ ਸਕਦਾ, ਪੋਲੀਗਲੌਟ, ਇਹ ਆਨਸਰ ਹੈ। 24, ਐਟ ਦ ਰਾਈਟ ਪ੍ਰੀਫਿਕਸ ਟੂ ਦ ਵਰਡ ਪੇਸ਼ੈਂਟ, ਇੰਪੇਸ਼ੈਂਟ, ਸੀ ਆਨਸਰ ਹੈ। ਡੀ ਆ ਗਈ ਟਰਾਂਸਲੇਸ਼ਨ, ਗ੍ਰਾਮਰ ਐਂਡ ਕੰਪੋਜੀਸ਼ਨ। 25th ਕੁਐਸਚਨ ਆ, ਮਾਈ ਮਦਰ ਕੁਕਸ ਡਲੀਸੀਅਸ ਫੂਡ, ਸੋ ਇਹਦਾ ਆਨਸਰ ਪਹਿਲਾਂ ਹੀ ਹੈ ਬੇਟਾ, ਮੇਰੇ ਮਾਤਾ ਜੀ ਸਵਾਦੀ ਭੋਜਨ ਪਕਾਉਂਦੇ ਹਨ। ਧਿਆਨ ਨਾਲ, ਸਨ ਵਾਲਾ ਤਾਂ ਪਹਿਲਾਂ ਹੀ ਕੱਟਿਆ ਗਿਆ ਹੈ ਨਾ, ਸੋ ਨਹੀਂ ਵਾਲਾ ਵੀ ਕੱਟਿਆ ਗਿਆ, ਦੋ ਕੱਟੇ ਗਏ, ਤੀਜਾ ਸਨ ਕਰਕੇ ਕੱਟਿਆ ਗਿਆ। ਚੌਥੇ 'ਚ ਕੀ ਲਾਤਾ ਉਹਨਾਂ ਨੇ ਮੂਹਰੇ, ਕਿਉਂਕਿ ਕੀ ਵਾਲਾ ਹੈ ਨਹੀਂ, ਸੋ ਇਹ ਆਨਸਰ ਹੈ। ਸਮਵਨ ਹੈਜ਼ ਕਾਲਡ ਮੀ, ਕਿਸੇ ਨੇ ਮੈਨੂੰ ਬੁਲਾਇਆ ਹੈ, ਬੀ ਆਨਸਰ ਹੈ ਇਹਦਾ। ਉਹ ਬਹੁਤ ਮਤਲਬੀ ਹੈ, ਹੀ ਇਜ਼ ਵੈਰੀ ਸ਼ੈਲਫਿਸ਼, ਸੀ ਆਨਸਰ। 28, ਪੁਲਿਸ ਨੇ ਚੋਰ ਨੂੰ ਨਹੀਂ ਫੜਿਆ ਹੈ, ਇਹਦਾ ਆਨਸਰ ਦੇਖੋ ਬੇਟਾ ਕਿਹੜਾ, ਡੀ, ਦ ਪੁਲਿਸ ਹੈਜ਼ ਨਾਟ ਕਾਟ ਦ ਥੀਪ। 29, ਹੁਣ ਇੱਥੇ ਸਾਨੂੰ ਇੱਕ ਸੈਂਟੈਂਸ ਦਿੱਤਾ ਵਿਆ, ਐਕਸਕਲਾਮੇਟਰੀ ਸੈਂਟੈਂਸ ਆ, ਉਹਨੂੰ ਅਸੈਰੇਟਿਵ 'ਚ ਅਸੀਂ ਚੇਂਜ ਕਰਨਾ ਬੇਟਾ। ਹੁਣ ਇਹਦਾ ਆਨਸਰ ਹੈ ਬੀ, ਦ ਅਰਥਕੁਇਕ ਇਜ਼ ਅ ਟੈਰੇਬਲ ਡਿਜ਼ਾਸਟਰ। ਹਾਂਜੀ, 30th ਕੁਐਸਚਨ ਨੂੰ ਆ ਗਏ, ਵਿਚ ਪਾਰਟ ਆਫ ਸਪੀਚ ਡਜ਼ ਲੰਦਨ ਬਿਲੋਂਗ ਟੂ, ਲੰਦਨ ਕੀ ਆ, ਨਾਊਨ ਆ, ਸੋ ਇਹ ਆਨਸਰ ਹੈ। ਹੁਣ ਫਿਲ ਇਨ ਦ ਬਲੈਂਕਸ ਵਿਦ ਦ ਸੂਟੇਬਲ ਡਿਟਰਮੀਨਰ, ਹੀ ਟੇਕਸ ਡੈਸ਼ ਇੰਟਰਸਟ ਇਨ ਮੀ, ਆਪਸ਼ਨ ਦੇਖ ਲਓ, ਐਨੀ, ਆਲ, ਨੋ, ਦਿਸ, ਇਹਦਾ ਆਨਸਰ ਹੈ ਬੇਟਾ ਨੋ, ਹੀ ਟੇਕਸ ਨੋ ਇੰਟਰਸਟ ਇਨ ਮੀ। ਲਓ ਜੀ, 32nd, rewrite the following sentence after correcting it. ਬਿਆਸ flows in ਪੰਜਾਬ, ਬਾਕੀ ਤਾਂ ਸਾਰਾ ਠੀਕ ਆ। ਬਿਆਸ ਹੈਗਾ ਜਿਹੜਾ ਬੇਟਾ ਦਰਿਆ ਦਾ ਨਾਂ, ਇਸ ਲਈ ਉਹਦੇ ਮੂਹਰੇ ਦਾ ਲੱਗਣਾ ਸੀ, ਇਹ ਆਨਸਰ ਹੈ ਇਹਦਾ। 33, ਸੁਮਾਇਆ ਇਜ਼ ਡੈਸ਼ ਦੈਨ ਬਿਜ਼ੀਆ, ਦੈਨ ਲੱਗਿਆ ਹੋਇਆ ਬਲੈਂਕਸ ਤੋਂ ਬਾਅਦ, ਇਹਦਾ ਮਤਲਬ ਸੈਕਿੰਡ ਡਿਗਰੀ ਆਉਣੀ ਆ, ਫਨੀਅਰ। ਨੈਕਸਟ, ਦ ਤਾਜ ਇਜ਼ ਅ ਡੈਸ਼ ਬਿਲਡਿੰਗ, ਇੱਥੇ ਕੱਲੀ ਤਾਜ ਦੀ ਗੱਲ ਹੋ ਰਹੀ ਆ, ਸੋ ਬਿਊਟੀਫੁਲ। ਨੈਕਸਟ ਦੇਖੋ ਜੀ ਕੀ ਆ, ਨੋਨ ਫਾਈਨਾਈਟ ਭਰਨਾ, ਯੂ ਆਊਟ ਡੈਸ਼ ਅਪ ਅਰਲੀ ਟੂ ਗੈਟ, ਠੀਕ, ਆਊਟ ਦੇ ਨਾਲ ਟੂ ਆਉਂਦਾ ਹੀ ਹੁੰਦਾ ਆਲਵੇਜ਼, ਹੈ ਨਾ, ਆਊਟ ਟੂ ਗੈਟ ਅਪ। ਲਓ ਜੀ, ਨੈਕਸਟ ਕੀ ਹੈ, ਯੂ ਹੈਵ ਲੋਸਟ ਅ ਬੈਗ ਇਨ ਯੂਰ ਸਕੂਲ, ਆਂਸਰ ਦ ਫੋਲੋਇੰਗ ਕੁਐਸਚਨਸ ਅਕੋਰਡਿੰਗ ਟੂ ਦ ਨੋਟਿਸ ਯੂ ਵੁੱਡ ਪੁੱਟ ਔਨ ਅ ਨੋਟਿਸ ਬੋਰਡ, ਇਹ ਨੋਟਿਸ ਨਾਲ ਰਿਲੇਟਡ ਨੇ। ਤੁਹਾਡਾ ਸਕੂਲ ਦੇ ਵਿੱਚ ਬੈਗ ਖੋ ਗਿਆ, ਦੇਖੋ ਹੁਣ ਅੱਗੇ ਕੁਐਸਚਨ ਕੀ ਪੁੱਛਿਆ ਜਾ ਰਿਹਾ, ਵਾਟ ਵੁੱਡ ਯੂ ਰਾਈਟ ਇਨ ਦ ਨੋਟਿਸ, ਤੁਸੀਂ ਨੋਟਿਸ ਦੇ ਵਿੱਚ ਕੀ ਚੀਜ਼ ਲਿਖੋਗੇ। ਆਪਸ਼ਨਸ ਦਿੱਤੀਆਂ ਹੋਈਆਂ ਨੇ 4 ਸਾਨੂੰ, ਉਹਨਾਂ ਦੇ ਵਿੱਚੋਂ ਇਟ ਹੈਜ਼ ਸਮ ਬੁੱਕਸ ਐਂਡ ਇੰਪੋਰਟੈਂਟ ਪੇਪਰਸ, ਹਾਂ ਇਹ ਲਿਖਿਆ ਜਾ ਸਕਦਾ। ਇਟ ਹੈਜ਼ ਨਥਿੰਗ ਇਨ ਇਟ, ਇਹਦਾ ਕੋਈ ਲੌਜਿਕ ਹੀ ਨਹੀਂ ਬਣਿਆ, ਫਿਰ ਸਾਨੂੰ ਨੋਟਿਸ ਲਿਖਣ ਦੀ ਵੀ ਲੋੜ ਨਹੀਂ। ਕੀਪ ਦ ਪੇਪਰ ਵਿਦ ਯੂ, ਜਿਹੜੇ ਪੇਪਰ ਨੇ ਉਹ ਤੁਸੀਂ ਕੋਲੇ ਰੱਖ ਲਓ, ਉਹਦੇ ਲਈ ਵੀ ਕੋਈ ਨੋਟਿਸ ਲਿਖਣ ਦੀ ਲੋੜ ਨਹੀਂ। ਟੀਅਰ ਡਾਊਨ ਦਾ ਪੇਪਰ, ਪੇਪਰਾਂ ਨੂੰ ਪਾੜ ਕੇ ਸੁੱਟ ਦਿਓ, ਸੋ ਇਹਦਾ ਆਨਸਰ ਏ ਆ ਬੇਟਾ। ਨੈਕਸਟ, ਵਾਟ ਡਿਟੇਲ ਵੁੱਡ ਯੂ ਰਾਈਟ ਇਨ ਦ ਐਂਡ, ਐਂਡ 'ਤੇ ਤੁਸੀਂ ਕਿਹੜੀ ਡਿਟੇਲ ਲਿਖੋਗੇ, ਯੂਅਰ ਨੇਮ, ਕਲਾਸ, ਯੂਅਰ ਰੋਲ ਨੰਬਰ, ਸਾਰੀਆਂ ਗੱਲਾਂ ਹੀ ਲਿਖਾਂਗੇ, ਸੋ ਆਲ ਦਾ ਅਬਵ। ਨੈਕਸਟ, ਯੂ ਹੈਵ ਟੂ ਰਾਈਟ ਅ ਲੈਟਰ ਟੂ ਯੂਅਰ ਫਰੈਂਡ ਟੂ ਇਨਵਾਈਟ ਹਿਮ ਔਨ ਯੂਅਰ ਬ੍ਰਦਰਜ਼ ਮੈਰਿਜ, ਹਾਊ ਵੁੱਡ ਯੂ ਸਟਾਰਟ ਦ ਬੋਡੀ ਆਫ ਦ ਲੈਟਰ। ਹੁਣ ਉੱਥੇ ਗੱਲ ਆ ਤੁਹਾਡੇ ਬ੍ਰਦਰ ਦੀ ਮੈਰਿਜ ਆ, ਤੁਸੀਂ ਆਪਣੇ ਫਰੈਂਡ ਨੂੰ ਇਨਵਾਈਟ ਕਰਨਾ, ਤੁਸੀਂ ਜਿਹੜੀ ਲੈਟਰ ਦੀ ਬੋਡੀ ਆ ਉਹ ਕਿਵੇਂ ਸਟਾਰਟ ਕਰੋਗੇ। ਲਓ ਜੀ, ਆਪਸ਼ਨ ਦੇਖੋ, ਆਈ ਐਮ ਐਕਸਟ੍ਰੀਮਲੀ ਸੌਰੀ ਟੂ ਇਨਫੋਰਮ ਯੂ, ਲਓ ਜੀ ਸੌਰੀ ਵਾਲੀ ਇਹ 'ਚ ਕਿਹੜੀ ਗੱਲ ਹੋ ਹੀ ਨਹੀਂ ਸਕਦਾ। ਆਈ ਐਮ ਐਕਸਟ੍ਰੀਮਲੀ ਹੈਪੀ ਟੂ ਇਨਫੋਰਮ ਯੂ, ਹਾਂ ਇਹ ਹੋ ਸਕਦਾ ਮੈਨੂੰ ਇਹ ਦੱਸਦੇ ਹੋਏ ਤੁਹਾਨੂੰ ਖੁਸ਼ੀ ਹੋ ਰਹੀ ਹੈ, ਇਹਦਾ ਮਤਲਬ ਇਹ ਆ। ਅਗਲਾ ਸੈਡ ਆ, ਸੈਡ ਮੈਰਿਜ ਵਾਲਾ ਕੋਈ ਸੈਡ ਵਾਲਾ ਨਹੀਂ, ਐਂਗਰੀ ਵਾਲਾ ਵੀ ਨਹੀਂ, ਸੋ ਬੀ ਆਨਸਰ ਹੈ ਬੇਟਾ ਇਹਦਾ। ਨੈਕਸਟ, ਯੂ ਹੈਵ ਟੂ ਰਾਈਟ ਐਨ ਐਪਲੀਕੇਸ਼ਨ ਟੂ ਦ ਪ੍ਰਿੰਸੀਪਲ ਆਫ ਯੂਰ ਸਕੂਲ ਆਸਕਿੰਗ ਹਿਮ ਔਰ ਹਰ ਫॉर ਅ ਸਕੂਲ ਲਿਵਿੰਗ ਸਰਟੀਫਿਕੇਟ, ਪ੍ਰਿੰਸੀਪਲ ਨੂੰ ਲੈਟਰ ਲਿਖਣੀ ਆ
ਐਪਲੀਕੇਸ਼ਨ ਲਿਖਣੀ ਆ ਕਾਹਦੇ ਲਈ, ਸਕੂਲ ਲੀਵਿੰਗ ਸਰਟੀਫਿਕੇਟ ਲਈ। ਅੱਗੇ ਕਹਿ ਕੀ ਰਹੇ, ਆਨਸਰ ਦਾ ਫੋਲੋਇੰਗ ਕੁਐਸਚਨਸ ਅਕੋਰਡਿੰਗਲੀ। ਬਟ ਵੁੱਡ ਯੂ ਇਨਕਲੂਡ ਇਨ ਦਾ ਐਪਲੀਕੇਸ਼ਨ, ਤੁਸੀਂ ਕਿਹੜੀ ਕਿਹੜੀ ਗੱਲ ਇਨਕਲੂਡ ਕਰੋਗੇ, ਮਤਲਬ ਕਿ ਲਿਖੋਗੇ। ਕੀ ਆਨਸਰ ਨੇ, ਦੇਖੋ ਆਪਸ਼ਨਸ। ਯੂਅਰ ਰੀਜ਼ਨਸ ਫॉर ਲੀਵਿੰਗ ਦਾ ਸਕੂਲ, ਵੈਨ ਯੂ ਵਿਲ ਲੀਵ ਦਾ ਸਕੂਲ, ਤੁਹਾਡਾ ਰੀਜ਼ਨ ਕੀ ਹੈ ਸਕੂਲ ਛੱਡਣ ਦਾ, ਤੁਸੀਂ ਕਦੋਂ ਛੱਡ ਰਹੇ ਹੋ ਸਕੂਲ। ਵੇਅਰ ਯੂ ਵਿਲ ਟੇਕ ਐਡਮਿਸ਼ਨ ਆਫਟਰ ਲੀਵਿੰਗ ਦਾ ਸਕੂਲ, ਸਕੂਲ ਛੱਡਣ ਤੋਂ ਬਾਅਦ ਕਿੱਥੇ ਐਡਮਿਸ਼ਨ ਲੈਣੀ ਹੈ। ਚੌਥੀ ਆਪਸ਼ਨ ਆ ਆਲ ਦਾ ਅਬਵ, ਹਾਂਜੀ ਸਾਨੂੰ ਇਹ ਸਾਰੀਆਂ ਗੱਲਾਂ ਹੀ ਲਿਖਣੀਆਂ ਪੈਣਗੀਆਂ। ਰੀਜ਼ਨ ਕਿਉਂ ਆ, ਕਿਉਂ ਛੱਡ ਰਹੇ ਹਾਂ, ਕਦੋਂ ਛੱਡ ਰਹੇ ਹਾਂ, ਕਿੱਥੇ ਉਦੋਂ ਬਾਅਦ ਐਡਮਿਸ਼ਨ ਲੈਣੀ ਹੈ। ਸੋ ਆਲ ਦਾ ਅਬਵ ਆਨਸਰ ਹੈ। ਲਓ ਜੀ ਬੇਟਾ, ਹੁਣ ਆਪਾਂ ਆ ਗਏ ਲਾਸਟ ਕੁਐਸਚਨ 'ਤੇ। ਹਾਊ ਵੁੱਡ ਯੂ ਗ੍ਰੀਟ ਦਾ ਪ੍ਰਿੰਸੀਪਲ, ਕਿਵੇਂ ਪ੍ਰਿੰਸੀਪਲ ਨੂੰ ਗ੍ਰੀਟ ਕਰੋਗੇ। ਰਿਸਪੈਕਟਡ ਮੈਮ ਜਾਂ ਸਰ ਕਰਕੇ, ਹੈਲੋ ਸਰ ਜਾਂ ਹੈਲੋ ਮੈਮ, ਹਾਏ ਸਰ, ਹਾਏ ਮੈਮ, ਨਨ ਆਫ ਦ ਦੀਸ। ਜਾਂ ਫਿਰ ਹੁਣ ਕੀ ਕਹੋਗੇ, ਰਿਸਪੈਕਟਡ ਸਰ ਅਗਰ ਸਰ ਨੇ, ਅਗਰ ਮੈਡਮ ਨੇ ਰਿਸਪੈਕਟਡ ਮੈਡਮ। ਸੋ ਇਹ ਹੋ ਗਿਆ ਬੇਟਾ ਤੁਹਾਡਾ ਜਿਹੜਾ ਟੈਸਟ ਪੇਪਰ ਆ ਜਾਂ ਮਾਡਲ ਟੈਸਟ ਪੇਪਰ ਆ ਬੋਰਡ ਵੱਲੋਂ ਜਿਹੜਾ ਅਪਲੋਡ ਕੀਤਾ ਗਿਆ। ਮੈਂ ਤੁਹਾਨੂੰ ਸਾਰਾ ਸੋਲਵ ਕਰਵਾਤਾ ਇੱਥੇ ਚੰਗੇ ਤਰੀਕੇ ਨਾਲ, ਇਹਨੂੰ ਧਿਆਨ 'ਚ ਰੱਖਣਾ, ਨੋਟ ਡਾਊਨ ਕਰ ਲਓ, ਵੈਲ ਐਂਡ ਗੁੱਡ ਆ। ਅਗਰ ਨੋਟ ਡਾਊਨ ਨਹੀਂ ਕਰਨਾ ਤਾਂ ਫਿਰ ਤੁਸੀਂ ਇਹਨੂੰ ਦੁਬਾਰਾ ਪੇਪਰ ਤੋਂ ਇੱਕ ਵਾਰ ਪਹਿਲਾਂ ਫਿਰ ਵੇਖ ਲਿਓ, ਠੀਕ ਹੈ। ਸੋ ਬਾਏ ਬਾਏ, ਨੈਕਸਟ ਵੀਡੀਓ ਦੇ ਵਿੱਚ ਆਪਾਂ ਕੋਈ ਹੋਰ ਮਾਡਲ ਟੈਸਟ ਪੇਪਰ ਕਰਾਂਗੇ। ਬਾਏ ਬਾਏ।